42 ਕੁ ਸਾਲ ਦੇ ਕਰੀਬ ਹੋ ਚੁੱਕਿਆ ਜੀ। ਇਸ ਢਾਡੀ ਕਲਾ ਦੇ ਵਿੱਚ ਦਾਸ ਨੂੰ ਆਇਆ। ਜਿਹੜੇ ਕਬੱਡੀ ਦੇ ਕਾਰਨ ਬਤੌਰ ਜਾਫੀ ਦੇ ਤੌਰ ਤੇ ਦਾਸ ਨੇ ਆਪਣੇ ਇਲਾਕੇ ਦੇ ਵਿੱਚ ਨਾਮਵਰ ਰੇਡਰਾਂ ਨੂੰ ਜਾਮ ਕਰਕੇ ਆਪਣੀ ਖੇਡ ਦਾ ਲੋਹਾ ਮਨਵਾਇਆ। ਉਸ ਸਮੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸੰਗਤ ਹੋਈ, ਜਿਹਦੇ ਕਾਰਨ ਦਾਸ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਤੁਸੀਂ ਨਕਸਲਾਈਟ ਤੋਂ ਸਿੱਖ ਪ੍ਰਚਾਰਕ ਕਿਵੇਂ ਬਣੇ? ਜਦੋਂ 84 ਦਾ ਸਾਕਾ ਵਾਪਰਿਆ ਉਦੋਂ ਬਾਅਦ ਫਿਰ ਦਾਸ ਨੇ ਸਰਗਰਮੀ ਵੱਧ ਕੀਤੀ। ਜਦੋਂ ਉੱਥੇ ਪ੍ਰਚਾਰ ਕੀਤਾ, ਦੂਜੀ ਵਾਰ ਦੁਬਾਰਾ ਮੈਨੂੰ ਫੇਰ ਅਰੈਸਟ ਕੀਤਾ ਗਿਆ। ਫਿਰ ਮੈਨੂੰ ਬਠਿੰਡੇ ਜੇਲ੍ਹ ਦੇ ਵਿੱਚ 9 ਮਹੀਨੇ ਉੱਥੇ ਗੁਜ਼ਾਰਨੇ ਪਏ। ਢਾਡੀ ਸਾਥੀਆਂ ਦਾ ਜ਼ਿਕਰ ਆਉਂਦਾ ਸੀ, ਉਸ ਵੇਲੇ ਮੈਂ ਇੱਕੋ ਹੀ ਗੱਲ ਮੁਕਾ ਦਿੰਦਾ ਸੀ, ਮੈਂ ਕਹਿੰਦਾ ਸੀ ਮੇਰੇ ਨਾਲ ਪੱਕਾ ਕੋਈ ਰਹਿੰਦਾ ਨਹੀਂ। ਜਦੋਂ ਕੋਈ ਮਨ ਤੇ ਦਿਮਾਗ ਤੇ ਗੱਲ ਆਉਂਦੀ ਹੈ, ਇਉਂ ਸੋਚਦਾ ਵੀ ਇੰਨੀਆਂ ਗੱਲਾਂ ਔੜਦੀਆਂ ਕਿਵੇਂ ਨੇ। ਜਦੋਂ CID ਹੋਈ ਉਹਨਾਂ ਸਮਿਆਂ ਦੇ ਵਿੱਚ ਮੈਨੂੰ 3 ਵਾਰ ਅਰੈਸਟ ਕੀਤਾ। ਖਾੜਕੂਬਾਦ ਦੇ ਸਮੇਂ ਦੇ ਵਿੱਚ ਦਾਸ ਤੇ 3-4 ਵਾਰ ਤਸ਼ੱਦਦ, ਅਣਮਨੁੱਖੀ ਤਸ਼ੱਦਦ ਹੋਇਆ, ਜਿਹੜਾ ਮੈਂ ਦੱਸ ਨਹੀਂ ਸਕਦਾ। ਪੰਜਾਬੀ ਵਿਰਾਸਤ USA ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਜਗਦੇਵ ਸਿੰਘ ਜਾਚਕ ਹਾਜ਼ਰ ਹਾਂ ਤੁਹਾਡੇ ਲਈ ਤੁਹਾਡਾ ਪਸੰਦੀਦਾ ਪ੍ਰੋਗਰਾਮ ਵਿਰਾਸਤੀ ਰੰਗ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਨਾਲ ਢਾਡੀ ਜਗਤ ਦੀ ਇੱਕ ਮਹਾਨ ਸ਼ਖਸੀਅਤ ਦੀ ਮੁਲਾਕਾਤ ਕਰਵਾ ਰਹੇ ਹਾਂ। ਕੁਝ ਲੋਕ ਇਸ ਸੰਸਾਰ ਵਿੱਚ ਅਜਿਹੇ ਨੇ ਜਿਹੜੇ ਬੇਸ਼ੱਕ ਆਪਣੇ ਖੇਤਰ ਵਿੱਚ ਬਹੁਤੇ ਪ੍ਰਸਿੱਧ ਨਹੀਂ ਹੋ ਸਕੇ, ਪਰ ਉਹਨਾਂ ਦੀ ਆਪਣੀ ਕਲਾ ਨੂੰ ਬਹੁਤ ਵੱਡੀ ਦੇਣ ਹੁੰਦੀ ਹੈ। ਅਤੇ ਅੱਜ ਮੇਰੇ ਨਾਲ ਢਾਡੀ ਜਗਤ ਦੀ ਇੱਕ ਬੜੀ ਅਜ਼ੀਮ ਸ਼ਖਸੀਅਤ ਹਾਜ਼ਰ ਹੈ। ਮੇਰੀ ਮੁਰਾਦ ਹੈ ਗਿਆਨੀ ਸਾਧੂ ਸਿੰਘ ਠੁੱਲੀਵਾਲ ਜੀ। ਗਿਆਨੀ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਰਹੇ ਹਾਂ। ਗਿਆਨੀ ਜੀ, ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਅੱਜ ਇੱਕ ਸਫਲ ਪ੍ਰਚਾਰਕ ਢਾਡੀ ਹੋ। ਤੁਸੀਂ ਬਹੁਤ ਕੁਝ ਆਪਣੇ ਹੱਡਾਂ 'ਤੇ ਹੰਢਾਇਆ ਹੈ। ਤੁਸੀਂ ਲਗਭਗ ਕਿੰਨੇ ਕੁ ਸਾਲ ਤੋਂ ਇਸ ਖੇਤਰ ਵਿੱਚ ਢਾਡੀ ਕਲਾ ਵਿੱਚ ਆਏ ਹੋ? 42 ਕੁ ਸਾਲ ਦੇ ਕਰੀਬ ਹੋ ਚੁੱਕਿਆ ਜੀ। ਇਸ ਢਾਡੀ ਕਲਾ ਦੇ ਵਿੱਚ ਦਾਸ ਨੂੰ ਆਇਆ। ਪ੍ਰਭਾਵਿਤ ਮੈਂ ਹੋਇਆ ਬਲਵੰਤ ਸਿੰਘ ਰਾਮੋਵਾਲੀਆ ਅਤੇ ਚਮਕੌਰ ਸਿੰਘ ਸੇਖੋਂ ਭੋਤਨਾ ਅਤੇ ਭਾਈ ਕਰਤਾਰ ਸਿੰਘ ਜੀ ਮੰਡੀ ਕਲਾਂ, ਮਸ਼ਹੂਰ ਢਾਡੀ ਪੁਰਾਣੇ ਸਾਡੇ ਨਗਰ ਕੀਰਤਨ ਵਿੱਚ ਆਉਂਦੇ ਰਹੇ ਠੁੱਲੀਵਾਲ। ਉਹਨਾਂ ਨੂੰ ਦੇਖ ਕੇ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਇਹ ਢਾਡੀ ਕਲਾ ਨੂੰ ਅਪਣਾਇਆ। ਤੁਹਾਡੀ ਉਮਰ ਕਿੰਨੀ ਕੁ ਸੀ ਜਦੋਂ ਤੁਸੀਂ ਢਾਡੀ ਬਣੇ? ਮੇਰੀ ਉਮਰ ਤਕਰੀਬਨ ਉਸ ਸਮੇਂ 22-23 ਸਾਲ ਦੀ ਉਮਰ ਹੋਊਗੀ ਘੱਟੋ ਘੱਟ ਜੀ। ਜਨਮ ਤੁਹਾਡਾ ਕਿਹੜੇ ਸਨ ਦਾ ਜੀ? ਜਨਮ ਮੇਰਾ ਜੀ ਦਸੰਬਰ 1955 ਦਾ ਜਨਮ ਹੈ। ਪਿਤਾ ਸਰਦਾਰ ਹਰਦੇਵ ਸਿੰਘ ਦੇ ਘਰ, ਮਾਤਾ ਹਰਮੀਤ ਕੌਰ ਦੀ ਕੁੱਖੋਂ ਜਨਮ ਲਿਆ ਦਾਸ ਨੇ। ਠੁੱਲੀਵਾਲ ਸਾਹਿਬ, ਤੁਸੀਂ ਜਿਹੜੀ ਸਕੂਲੀ ਵਿੱਦਿਆ ਉਹ ਕਿੱਥੋਂ ਤੱਕ ਹਾਸਲ ਕੀਤੀ, ਅਤੇ ਕੀ ਢਾਡੀ ਬਣਨ ਤੋਂ ਪਹਿਲਾਂ ਤੁਹਾਨੂੰ ਕਿਸੇ ਹੋਰ ਖੇਤਰ ਦੇ ਵਿੱਚ ਵੀ ਕੋਈ ਬੁਲੰਦੀ ਹਾਸਲ ਹੋਈ? ਤੁਸੀਂ ਕੋਈ ਹੋਰ ਖੇਤਰ ਵੀ ਚੁਣਿਆ? ਸਨ 1972 'ਚ ਜੀ ਮੈਟ੍ਰਿਕ ਕਰਨ ਤੋਂ ਮਗਰੋਂ ਭਾਵੇਂ ਕਬੱਡੀ ਅਤੇ ਫੁੱਟਬਾਲ ਨਾਲ ਪਹਿਲਾਂ ਵੀ ਜੁੜੇ ਹੋਏ ਸੀ, ਪੜ੍ਹਾਈ ਦੇ ਸਮੇਂ ਫਿਰ ਮੈਂ ਕਬੱਡੀ ਨੂੰ ਤਰਜੀਹ ਦਿੱਤੀ। ਜਿਹੜੇ ਕਬੱਡੀ ਦੇ ਕਾਰਨ ਬਤੌਰ ਜਾਫੀ ਦੇ ਤੌਰ ਤੇ ਦਾਸ ਨੇ ਆਪਣੇ ਇਲਾਕੇ ਦੇ ਵਿੱਚ ਨਾਮਵਰ ਰੇਡਰਾਂ ਨੂੰ ਜਾਮ ਕਰਕੇ ਆਪਣੀ ਖੇਡ ਦਾ ਲੋਹਾ ਮਨਵਾਇਆ। ਉਸ ਤੋਂ ਉਪਰੰਤ ਜਿਸ ਵੇਲੇ 1982 ਦੇ ਵਿੱਚ ਜਾ ਕੇ ਧਰਮ ਯੁੱਧ ਮੋਰਚਾ ਲੱਗਿਆ, ਉਸ ਸਮੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸੰਗਤ ਹੋਈ, ਜਿਹਦੇ ਕਾਰਨ ਦਾਸ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਅਤੇ 4 ਵਾਰ ਦਾਸ ਨੂੰ ਗ੍ਰਿਫਤਾਰੀ ਵੀ ਦਿੱਤੀ 7-7 ਦਿਨ ਦੀ ਖਾਤਰ। ਉਸ ਸਮੇਂ ਜੇਲ੍ਹਾਂ ਦੇ ਵਿੱਚ 7 ਕੁ ਦਿਨ ਦੀ ਖਾਤਰ ਮੋਰਚੇ ਵਾਲਿਆਂ ਨੂੰ ਜਾਣਾ ਪੈਂਦਾ ਸੀ। ਉਹ 4 ਵਾਰ ਦਾਸ ਪਹਿਲੀ ਵਾਰ ਫਿਰੋਜ਼ਪੁਰ ਦੀ ਜੇਲ੍ਹ ਵਿੱਚ 7-8 ਦਿਨ ਲਾ ਕੇ ਆਏ, ਦੂਜੀ ਵਾਰ ਨਾਭਾ ਜੇਲ੍ਹ ਵਿੱਚ, ਤੀਜੀ ਵਾਰ ਪਟਿਆਲਾ ਜੇਲ੍ਹ ਅੰਦਰ ਅਤੇ ਚੌਥੀ ਵਾਰ ਲੁਧਿਆਣੇ ਜੇਲ੍ਹ ਦੇ ਵਿੱਚ ਦਾਸ ਨੇ ਸਮਾਂ ਗੁਜ਼ਾਰਿਆ। ਉਹ ਧਰਮ ਯੁੱਧ ਮੋਰਚੇ ਵਿੱਚ ਯੋਗਦਾਨ ਪਾਇਆ। ਠੁੱਲੀਵਾਲ ਸਾਹਿਬ, ਇਹ ਵੀ ਜਾਣਿਆ ਜਾਂਦਾ ਹੈ ਕਿ ਗਿਆਨੀ ਸਾਧੂ ਸਿੰਘ ਠੁੱਲੀਵਾਲ ਸਿੱਖੀ ਨਾਲ ਜੁੜਨ ਤੋਂ ਪਹਿਲਾਂ ਨਕਸਲਵਾੜੀ ਮੂਵਮੈਂਟ ਵਿੱਚ ਵੀ ਰਿਹਾ ਹੈ। ਤੁਸੀਂ ਨਕਸਲਾਈਟ ਤੋਂ ਸਿੱਖ ਪ੍ਰਚਾਰਕ ਕਿਵੇਂ ਬਣੇ? ਇਹ ਕਾਰਨ ਕੀ ਵਾਪਰਿਆ? ਕਾਰਨ ਵਾਪਰਿਆ ਜੀ,
ਸਾਡੇ ਨਾਲ ਜਿਹੜੇ ਮੁੰਡੇ ਕਬੱਡੀ ਖੇਡਦਾ ਸੀ ਪ੍ਰੀਤਮ ਸਿੰਘ ਝੱਲੀ, ਉਹਨੂੰ ਅਸੀਂ ਸਾਰੇ ਮੁੰਡਿਆਂ ਨੇ ਪਲੇਅਰਾਂ ਨੇ ਇਕੱਠੇ ਹੋ ਕੇ ਲਾਭ 52 ਕਿਲੋ ਦੀ ਕਬੱਡੀ ਤੋਂ ਲੈ ਕੇ ਓਪਨ ਤੱਕ ਸਾਰਿਆਂ ਨੇ ਫੈਸਲਾ ਕਰਕੇ ਸਕੂਲ ਵਿੱਚ ਅਸੀਂ ਸਰਪੰਚੀ 'ਚ ਖੜਾ ਦਿੱਤਾ। ਦਾਸ ਉਦੋਂ ਮਾਰਕਸਵਾਦੀ ਪਾਰਟੀ ਦੇ ਨਾਲ ਜੁੜਿਆ ਹੋਇਆ ਸੀ, ਨਕਸਲਵਾੜੀ ਲਹਿਰ ਨਾਲ। ਸਾਡਾ ਪਿੰਡ ਇੱਕ ਗੁਰਸਿੱਖੀ ਨਾਲ ਜੁੜਿਆ ਹੋਣ ਕਰਕੇ ਤਕਰੀਬਨ ਸਾਰਾ ਪਿੰਡ ਗੁਰਸਿੱਖ। ਉਹਨਾਂ ਨੇ ਪ੍ਰਚਾਰ ਕਰਨਾ ਆਰੰਭ ਦਿੱਤਾ ਬਈ ਇਹ ਤਾਂ ਕਮਿਊਨਿਸਟ ਨੇ ਸਰਪੰਚ ਬਣਾ ਰਹੇ ਨੇ, ਆਪਾਂ ਸਿੱਖਾਂ ਅਕਾਲੀ ਦਲ ਜਿਹੜਾ ਸਾਡੇ ਮੁਕਾਬਲੇ ਤੇ ਫਿਰ ਅਕਾਲੀ ਦਲ ਨੇ ਖੜਾ ਕਰਿਆ ਸੀ ਆਪਦੇ ਵੱਲੋਂ। ਅਸੀਂ ਫਿਰ ਉਹ ਚੀਜ਼ ਨੂੰ ਧੋਣ ਦੀ ਖਾਤਰ ਬਈ ਕਮਿਊਨਿਸਟ ਨੇ ਫਿਰ ਤਹਈਆ ਕੀਤਾ। ਜਦੋਂ ਅਸੀਂ ਫਿਰ 4 ਵਾਰ ਗ੍ਰਿਫਤਾਰੀ ਇਸੇ ਕਰਕੇ ਸਾਨੂੰ ਦੇਣੀ ਪਈ, ਅਤੇ ਉਹ ਗ੍ਰਿਫਤਾਰੀ ਦੇ ਦਰਮਿਆਨ ਹੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਹੋਏ। ਉਹਨਾਂ ਨੇ ਐਸਾ ਪ੍ਰਭਾਵਿਤ ਕਰਿਆ। ਪਹਿਲੀ ਵਾਰ ਜਦੋਂ ਅਸੀਂ ਫਿਰੋਜ਼ਪੁਰ ਜੇਲ੍ਹ 'ਚੋਂ ਮੁੜ ਆਏ, ਦੂਜੀ ਵਾਰ ਫਿਰ ਗ੍ਰਿਫਤਾਰੀ ਦੇਣ ਗਏ ਅਸੀਂ 15-18 ਕੁ ਦਿਨਾਂ ਬਾਅਦ ਅਸੀਂ ਫਿਰ ਪ੍ਰੋਗਰਾਮ ਲੀਕ ਲਿਆ। ਫਿਰ ਦੂਜੀ ਵਾਰ ਜਦੋਂ ਪ੍ਰਚਾਰ ਮੈਂ ਸੁਣਿਆ ਨਾਨਕ ਨਿਵਾਸ ਦੀ 3ਜੀ ਮੰਜ਼ਿਲ ਉੱਪਰ, ਤੇ ਦਾਸ ਨੂੰ ਇੰਨਾ ਪ੍ਰਭਾਵਿਤ ਹੋਇਆ, ਮੈਂ ਸਾਰੇ ਨਕਸਲਵਾੜੀ ਮੂਵਮੈਂਟ ਨੂੰ ਅਲਵਿਦਾ ਕਹਿ ਕੇ ਦਾਸ ਨੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਗ੍ਰਿਫਤਾਰੀ ਦੇਣ ਤੋਂ ਪਹਿਲਾਂ ਉੱਥੇ ਅੰਮ੍ਰਿਤ ਛਕਾਇਆ ਜਾਂਦਾ ਸੀ। ਅੰਮ੍ਰਿਤ ਛਕ ਕੇ ਫਿਰ ਅਸੀਂ ਦੂਜੀ ਵਾਰ ਜਦੋਂ ਨਾਭੇ ਜੇਲ੍ਹ 'ਚ ਗਏ, ਉਹ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਨੇ ਮੇਰੇ ਜੀਵਨ ਨੂੰ ਤਬਦੀਲੀ ਦਿੱਤੀ ਹੈ। ਗਿਆਨੀ ਜੀ, ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਤੁਸੀਂ ਨੇੜਿਓਂ ਹੋ ਕੇ ਵੇਖਿਆ, ਉਹਨਾਂ ਤੋਂ ਤੁਸੀਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕਿਆ, ਸਿੱਖੀ ਅਪਣਾਈ, ਤੇ ਫਿਰ ਉਹਨਾਂ ਦਿਨਾਂ ਵਿੱਚ ਤੁਸੀਂ ਢਾਡੀ ਬਣ ਗਏ ਸੀ ਜਾਂ ਉਸ ਤੋਂ ਬਾਅਦ ਬਣੇ? ਉਹਨਾਂ ਦਿਨਾਂ ਵਿੱਚ ਮੈਂ ਢਾਜੀ ਤਾਂ ਬਣ ਚੁੱਕਿਆ ਸੀ, ਪਰ ਜਦੋਂ 84 ਦਾ ਸਾਕਾ ਵਾਪਰਿਆ ਉਦੋਂ ਬਾਅਦ ਫਿਰ ਦਾਸ ਨੇ ਸਰਗਰਮੀ ਵੱਧ ਕੀਤੀ। ਉਸ ਸਮੇਂ ਦੀ ਹਕੂਮਤ ਦੇ ਖਿਲਾਫ ਦਾਸ ਨੇ ਬਹੁਤ ਆਪਣੀ ਕਲਮ ਵਾਹੀ ਅਤੇ ਸਟੇਜਾਂ ਤੋਂ ਬੜਾ ਨਿਧੜਕ ਹੋ ਕੇ ਬੋਲਿਆ। ਉਹਨਾਂ ਸਮਿਆਂ ਦੇ ਵਿੱਚ 2 ਢਾਡੀ ਜਥੇ ਸਨ। ਇੱਕ ਤਾਂ ਭਾਈ ਰਣਜੀਤ ਸਿੰਘ ਨਿਧੜਕ ਸੀ ਜਿਹੜਾ ਸ਼ਹੀਦ ਕਰ ਦਿੱਤਾ, ਦੂਸਰਾ ਦਾਸ ਦਾ ਜੱਥਾ ਸੀ। ਅਤੇ ਉਹਨਾਂ ਸਮਿਆਂ ਦੇ ਵਿੱਚ ਦਾਸ ਨੂੰ 2 ਵਾਰ ਜੇਲ੍ਹ ਯਾਤਰਾ ਕਰਨੀ ਪਈ ਬਈ ਇਹ ਬਗਾਵਤ ਕਰ ਰਿਹਾ, ਸਟੇਜਾਂ ਤੋਂ ਭੜਕਾਊ ਪ੍ਰਚਾਰ ਕਰਦਾ। ਪਹਿਲੀ ਵਾਰ 14 ਮਹੀਨੇ ਦਾਸ ਨੇ ਸੰਗਰੂਰ ਜੇਲ੍ਹ ਵਿੱਚ ਕੱਟੇ। 14 ਮਹੀਨਿਆਂ ਤੋਂ ਬਾਅਦ ਜ਼ਮਾਨਤ 'ਤੇ ਆ ਗਿਆ ਰਿਹਾ ਹੋ ਕੇ। 2 ਮਹੀਨਿਆਂ ਦੇ ਕਰੀਬ ਦੂਹਰੀ ਵਾਰ ਫਿਰ ਦਾਸ ਨੂੰ ਗ੍ਰਿਫਤਾਰ ਕੀਤਾ ਗਿਆ, ਕਿਉਂਕਿ ਬਾਬਾ ਜੋਗਿੰਦਰ ਸਿੰਘ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪਿਤਾ ਜੀ ਕਾਨਫਰੰਸ ਕੀਤੀ ਸੀ ਪਿੰਡ ਸੇਖੇ ਵਿੱਚ। ਦਾਸ ਉੱਥੇ ਬਤੌਰੇ ਪ੍ਰਚਾਰਕ ਪਹੁੰਚਣਾ ਹੀ ਸੀ। ਖੜਕਾ ਬਾਦਲ ਗੁਰਮਾ ਵਾਲਿਆਂ ਦਾ ਢਾਡੀ ਜੱਥਾ ਦਾਸ ਦੇ ਨਾਲ ਸੀ। ਜਦੋਂ ਉੱਥੇ ਪ੍ਰਚਾਰ ਕੀਤਾ, ਦੂਜੀ ਵਾਰ ਦੁਬਾਰਾ ਮੈਨੂੰ ਫਿਰ ਅਰੈਸਟ ਕੀਤਾ ਗਿਆ। ਫਿਰ ਮੈਨੂੰ ਬਠਿੰਡੇ ਜੇਲ੍ਹ ਦੇ ਵਿੱਚ 9 ਮਹੀਨੇ ਉੱਥੇ ਗੁਜ਼ਾਰਨੇ ਪਏ। ਹਾਂਜੀ। ਤੇ ਗਿਆਨੀ ਜੀ, ਇਸ ਜੇਲ੍ਹ ਯਾਤਰਾ ਦੇ ਦੌਰਾਨ ਤੁਸੀਂ ਇਕੱਲੇ ਸੀ ਜਾਂ ਤੁਹਾਡੇ ਢਾਡੀ ਸਾਥੀ ਵੀ ਤੁਹਾਡੇ ਨਾਲ ਜੇਲ੍ਹ ਵਿੱਚ ਰਹੇ? ਜਿਸ ਵੇਲੇ ਢਾਡੀ ਸਾਥੀਆਂ ਦਾ ਜ਼ਿਕਰ ਆਉਂਦਾ ਸੀ, ਉਸ ਵੇਲੇ ਮੈਂ ਇੱਕੋ ਹੀ ਗੱਲ ਮੁਕਾ ਦਿੰਦਾ ਸੀ। ਮੈਂ ਕਹਿੰਦਾ ਸੀ ਮੇਰੇ ਨਾਲ ਪੱਕਾ ਕੋਈ ਰਹਿੰਦਾ ਨਹੀਂ। ਗਰਮ ਪ੍ਰਚਾਰ ਕਰਦਾ ਕਰਕੇ ਮੈਂ ਤਾਂ ਫੜ ਕੇ ਲਿਜਾਣਾ ਹੁੰਦਾ, ਕਦੇ ਕੋਈ ਆ ਜਾਂਦਾ, ਕਦੇ ਕੋਈ ਆ ਜਾਂਦਾ। ਮੈਂ ਇਹ ਕਹਿ ਕੇ ਮੈਂ ਆਪਣੇ ਨਾਲ ਦੇ ਸਾਥੀਆਂ 'ਤੇ ਅਸਰ ਨਹੀਂ ਆਉਣ ਦਿੱਤਾ ਕਿਸੇ ਕਿਸਮ ਦਾ। ਪਰ ਥੋੜ੍ਹੇ ਚਿਰ ਤੋਂ ਬਾਅਦ ਜਦੋਂ ਦਾਸ ਬਠਿੰਡੇ ਜੇਲ੍ਹ ਵਿੱਚ ਗਿਆ, ਉਦੋਂ ਫਿਰ ਕਿਸੇ ਨੇ ਗੁਰਮਾਂ ਦੇ ਨੇ ਚੁਗਲੀ ਕਰਕੇ ਉਹਨਾਂ ਨੂੰ ਅਰੈਸਟ ਤਾਂ ਕਰਵਾ ਦਿੱਤਾ ਸੀ, ਪਰ ਗੁਰਮਾਂ ਦੀ ਪੰਚਾਇਤ ਨੇ ਜਾ ਕੇ ਦੂਜੇ ਦਿਨ ਹੀ ਛੁਡਵਾ ਲਿਆਂਦੇ, ਕਿਉਂਕਿ ਜੇਲ੍ਹ ਜੂਲ੍ਹ ਨਹੀਂ ਭੇਜੇ ਗਏ। ਤੁਹਾਡੇ ਨਾਲ ਉਸ ਸਮੇਂ ਖੜਕਾ ਬਾਦਲ ਜੀ ਸਨ। ਜਦੋਂ ਤੁਸੀਂ ਢਾਡੀ ਸਫ਼ਰ ਆਰੰਭ ਕੀਤਾ, ਸ਼ੁਰੂਆਤ ਦਾ ਜਿਹੜਾ ਜੱਥਾ ਸੀ ਉਹ ਕਿਹੜਾ ਸੀ? ਸ਼ੁਰੂਆਤ ਜੀ ਮੈਂ ਖੜਕਾ ਬਾਦਲ ਗੁਰਮਾ ਤੋਂ ਹੀ ਸ਼ੁਰੂ ਕਰਿਆ। ਦੋਨੇ ਛਕੇ ਭਰਾ ਸੀ ਮੇਰੇ ਨਾਲ। ਉਹਨਾਂ ਨੇ 16 ਸਾਲ ਮੈਂ ਉਹਨਾਂ ਦੇ ਨਾਲ ਬਤੌਰੇ ਪ੍ਰਚਾਰਕ ਤੇ ਸੇਵਾ ਨਿਭਾਈ। ਉਸ ਤੋਂ ਬਾਅਦ ਦਾਸ ਦੇ ਨਾਲ ਗੁਰਮਾ ਤੋਂ ਹੀ ਸੀਤਲ ਮਿਸਰਾ ਮਰਦਾਨੇ ਕੇ ਪਰਿਵਾਰ ਵਿੱਚੋਂ ਉਹਨਾਂ ਨੇ 2 ਸਾਲ ਦਾਸ ਦੇ ਢਾਡੀ ਜਥੇ ਵਿੱਚ ਸੇਵਾ ਕੀਤੀ, ਪਰ ਉਹ ਡਰਦੇ ਰਹਿੰਦੇ ਸਨ ਜਦੋਂ ਮੈਂ ਗਰਮ ਪ੍ਰਚਾਰ ਕਰਦਾ ਸੀ। ਉਸ ਤੋਂ ਬਾਅਦ ਫਿਰ ਮੇਰੇ ਨਾਲ ਸਾਥੀ ਆਏ ਮਾਂਗੇਵਾਲ ਤੋਂ ਬਿੱਟੂ ਹੀਰਾ, ਦੋਨੇ ਸਕੇ ਭਰਾ। ਗੁਰਮਾ ਵਾਲੇ ਵੀ ਸਕੇ ਭਰਾ ਸੀ, ਦੋਵੇਂ ਜੋੜੀਆਂ। ਇਹ ਵੀ ਦੋਵੇਂ ਸਕੇ ਭਰਾ ਜਿਨ੍ਹਾਂ ਨੇ 12 ਸਾਲ ਦਾਸ ਦੇ ਨਾਲ ਸੇਵਾ ਨਿਭਾਈ ਨਿਧੜਕ ਹੋ ਕੇ। ਉਹਨਾਂ ਤੋਂ ਬਾਅਦ ਮੇਰੇ ਆ ਕੇ ਮੇਰੇ ਸਾਥੀ ਬਣੇ ਇੱਕ ਭਾਈ ਮਨਪ੍ਰੀਤ ਸਿੰਘ ਜੀ, ਪ੍ਰੀਤ ਕਿਹਾ ਜਾਂਦਾ, ਸਵਰਗਵਾਸੀ, ਦੁੱਖ ਨਾ ਕਹਿਣਾ ਪੈਂਦਾ। ਦੂਸਰਾ ਸਾਥੀ ਸੀ ਨਾਲ ਭਾਈ ਗੁਰਦੀਪ ਸਿੰਘ ਜੀ ਹੈਪੀ, ਅਤੇ ਸਰੰਗੀ ਤੇ ਇਹਨਾਂ ਦੇ ਸਤਿਕਾਰਯੋਗ ਪਿਤਾ
ਭਾਈ ਸੁਰਿੰਦਰ ਸਿੰਘ ਜੀ ਸਫਰੀ ਨੇ ਸਾਥ ਦਿੱਤਾ। 11 ਸਾਲ ਇਹਨਾਂ ਨੇ ਦਾਸ ਦੇ ਢਾਡੀ ਜਥੇ ਵਿੱਚ ਕੰਮ ਕੀਤਾ। ਅੱਜ ਵੀ ਦਾਸ ਦੇ ਨਾਲ ਭਾਵੇਂ ਸਕੇ ਤੌਰ ਤੇ ਹੀ ਆਉਂਦੇ ਰਹੇ ਆ। ਅੱਜ ਵੀ ਜੋ ਦਾਸ ਦੇ ਨਾਲ ਗੁੱਡੀਆਂ ਨੇ ਬੀਬੀ ਮਨਪ੍ਰੀਤ ਕੌਰ ਅਤੇ ਬੀਬੀ ਰਾਜਵੀਰ ਕੌਰ ਪਿੰਡ ਫਰਵਾਹੀ ਬਰਨਾਲੇ ਲਾਗੇ ਅਤੇ ਸਰੰਗੀ ਮਾਸਟਰ ਵੀਰ ਬਲਜਿੰਦਰ ਸਿੰਘ ਜੀ ਬਾਗੀ ਰੰਗੀਆਂ ਵਾਲੇ ਦਾਸ ਦਾ ਸਾਥ ਦੇ ਰਹੇ ਨੇ। ਉਹ ਬੀਬੀਆਂ ਵੀ ਦੋਵੇਂ ਅੱਜ ਸਕੀਆਂ ਭੈਣਾਂ ਨੇ। ਗਿਆਨੀ ਜੀ, ਤੁਹਾਡੇ ਉਸਤਾਦ ਕੌਣ ਨੇ? ਤੁਹਾਨੂੰ ਇਹ ਚੇਟ ਕਿੱਥੋਂ ਲੱਗੀ? ਤੁਸੀਂ ਪ੍ਰਚਾਰਕ ਬਣਨ ਦੀ ਅਕਸਰ ਜ਼ਮੀਨ ਵਿੱਚ ਜਦੋਂ ਕੋਈ ਫਸਲ ਬੀਜੀ ਜਾਂਦੀ ਫਿਰ ਹੀ ਉੱਗਦੀ ਹੈ। ਤੁਹਾਡੇ ਅੰਦਰ ਜਿਹੜਾ ਇਹ ਬੀਜ ਪ੍ਰਚਾਰ ਦਾ, ਸਿੱਖੀ ਦਾ ਬੀਜਿਆ ਗਿਆ, ਇਹ ਤੁਹਾਨੂੰ ਲਗਨ ਕਿੱਥੋਂ ਲੱਗੀ ਤੇ ਤੁਹਾਡਾ ਉਸਤਾਦ ਕੌਣ ਹੈ? ਇਹ ਜਿਹੜੀ ਲੜੀ ਲੱਗੀ ਜੀ, ਇਹ ਤਾਂ ਮੇਰੇ ਨਾਨਕੇ ਨਾਮਧਾਰੀ ਪਰਿਵਾਰ ਨਾਲ ਸੰਬੰਧ ਰੱਖਣ ਕਰਕੇ ਬਾਬਾ ਰਾਮ ਸਿੰਘ ਜੀ ਦੇ ਗੜਬਈ ਰਹੇ ਆ, ਮੇਰੇ ਮਾਮਾ ਜੀ ਦੇ ਦਾਦਾ ਜੀ। ਅੱਜ ਵੀ ਬਹੁਤ ਵੱਡੀ ਉਹਨਾਂ ਦੇ ਪਰਿਵਾਰ ਵਿੱਚ ਅਜੇ ਵੀ ਸਿੱਖੀ ਕਾਇਮ ਆ। ਕੂਕਾ ਪਰਿਵਾਰ ਨਾਲ ਸਾਡਾ ਵੀ, ਅਸੀਂ ਵੀ ਅੱਜ ਵੀ ਕਈ ਵਾਰ ਅੱਜ ਵੀ ਮੈਨੂੰ ਕੂਕਾ ਕਹਿ ਕੇ ਬੁਲਾਇਆ ਜਾਂਦਾ, ਪਰ ਮੈਂ ਕੂਕਪਣਾ ਛੱਡ ਕੇ ਸੰਤ ਬਾਬਾ ਜਰਨੈਲ ਸਿੰਘ ਦੀ ਸੋਚ ਨਾਲ ਜੁੜਿਆ ਅਤੇ ਸਰਦਾਰ ਸਿਮਰਜੀਤ ਸਿੰਘ ਦੀ ਮਾਨ ਦੀ ਕਮਾਂਡ ਥੱਲੇ ਅੱਜ ਵੀ ਦਾਸ ਜਿੰਨਾ ਕੁ ਸਮਾਂ ਨਿਕਲਦਾ ਅਤੇ ਪ੍ਰਚਾਰ ਦਾ ਜੋ ਮੈਂ ਕਹਿ ਰਹਾ ਬਈ ਮੇਰੇ ਉਸਤਾਦ, ਮੈਂ ਕਈਆਂ ਵੱਲ ਨਜ਼ਰ ਮਾਰੀ, ਪਰ ਜਦੋਂ ਮੈਨੂੰ ਉਹਨਾਂ ਦਾ ਪਤਾ ਲੱਗਦਾ ਜੀਵਨ ਬਾਰੇ, ਬਈ ਜੀਵਨ ਨਸ਼ੇ ਪੱਤਿਆਂ ਵਾਲਾ, ਮੈਂ ਮੁੱਖ ਮੋੜਦਾ ਰਿਹਾ। ਉਸ ਤੋਂ ਬਾਅਦ 3 ਸਕੇ ਭਰਾ ਪੁਰਾਣੇ ਢਾਡੀ ਹਜੂਰਾ ਸਿੰਘ, ਭਾਗ ਸਿੰਘ ਤੇ ਹਰੀ ਸਿੰਘ ਗੁਰਮਾ ਵਾਲੇ, ਜਿਨ੍ਹਾਂ ਨੂੰ ਕਈ ਵਾਰ ਭੁੱਖ ਲੱਗੀ ਤੋਂ ਕਿਹਾ ਜਾਂਦਾ ਸੀ ਢਿੱਡ 'ਚ ਤਾਂ ਗੁਰਮਾ ਵਾਲੇ ਗਮਾਂਤਰੀ ਗਾਉਂਦੇ ਆ। ਉਹਨਾਂ ਦੇ 2 ਸਰੰਗੀਆਂ ਪੰਜਾਬ ਦੇ ਵਿੱਚ ਕਿਸੇ ਤੋਂ ਜੋੜ ਕੇ ਨਹੀਂ ਵੱਜੀਆਂ, 2 ਸਕੇ ਭਰਾਵਾਂ ਨੇ ਇਕੱਠੀਆਂ ਸਰੰਗੀਆਂ ਵਜਾਈਆਂ। ਉਹਨਾਂ ਦਾ ਛੋਟਾ ਭਰਾ ਜਿਹੜਾ ਹਰੀ ਸਿੰਘ ਬਸੰਤ ਸਿੰਘ ਖੜਕਾ ਬਾਦਲ ਦਾ ਪਿਤਾ ਜੀ ਸੀ, ਉਹ ਮੇਰੇ ਵਾਂਗੂ ਚਾਹ ਵੀ ਨਹੀਂ ਸੀ ਪੀਂਦਾ। ਪਹਿਲਾਂ ਮੈਂ ਵੀ ਚਾਹ ਨਹੀਂ ਸੀ ਪੀਂਦਾ। ਮੇਰਾ ਮਨ ਪ੍ਰਭਾਵਿਤ ਹੋਇਆ। ਮੈਂ ਆਖਿਆ ਇੱਕ ਉਸਤਾਦੀ ਦੇ ਤੌਰ ਤੇ ਸ਼ਾਗਿਰਦ ਬਣਨ ਦੀ ਖਾਤਰ ਆਪਾਂ ਹਰੀ ਸਿੰਘ ਨੂੰ, ਬਾਪੂ ਜੀ ਨੂੰ ਬਾਪੂ ਜੀ ਕਹਿੰਦੇ ਸੀ, ਅਸੀਂ ਖੜਕਾ ਬਾਦਲ ਨਾਲ ਲੰਬੇ ਸਮੇਂ ਤੋਂ ਜੁੜੇ ਕਰਕੇ, ਇਕੱਠੇ ਪੜ੍ਹੇ ਕਰਕੇ ਉਹਨਾਂ ਨੂੰ ਮੈਂ ਉਸਤਾਦ ਧਾਰਿਆ। ਪਰ ਜਿਹੜੀ ਵਿੱਦਿਆ, ਬਾਕੀ ਮੇਰੇ ਮਾਮਾ ਜੀ ਨੇ ਮੈਨੂੰ ਬਹੁਤ ਜ਼ਿਆਦਾ ਉਤਸ਼ਾਹ ਦਿੱਤਾ, ਰੈਸਰ ਤੋਂ ਸਰਦਾਰ ਹਰਦੇਵ ਸਿੰਘ ਜੀ ਨੇ। ਬਾਕੀ ਸਮਝ ਮੈਨੂੰ ਵੀ ਨਹੀਂ ਇਸ ਗੱਲ ਦੀ ਲੱਗੀ ਬਈ ਇਹ ਪ੍ਰਚਾਰਕ ਮੈਨੂੰ ਆਉਣਾ ਕਿਵੇਂ ਲੱਗਿਆ। ਬਈ ਹੁਣ ਵੀ ਅੱਜ ਵੀ ਕਈ ਵਾਰ ਮੈਂ ਬੈਠਾ ਸੋਚਦਾ, ਜਦੋਂ ਕੋਈ ਮਨ ਤੇ ਦਿਮਾਗ ਤੇ ਗੱਲ ਆਉਂਦੀ ਹੈ, ਇਉਂ ਸੋਚਦਾ ਵੀ ਇੰਨੀਆਂ ਗੱਲਾਂ ਔੜਦੀਆਂ ਕਿਵੇਂ ਨੇ। ਇਹ ਗੱਲ ਸਮਝੋ ਮੇਰੇ ਵੀ ਬਾਹਰ ਹੀ ਹੈ। ਗਿਆਨੀ ਜੀ, ਜਦ ਅਸੀਂ ਤੁਹਾਡੀ ਜੇਲ੍ਹ ਯਾਤਰਾ ਦੀ ਗੱਲ ਕਰਦੇ ਹਾਂ ਤੇ ਜੇਲ੍ਹਾਂ ਵਿੱਚ ਜਦੋਂ ਤੁਸੀਂ 84 ਤੋਂ ਬਾਅਦ ਧਰਮ ਯੁੱਧ ਮੋਰਚੇ ਦੌਰਾਨ ਜਾਂ ਪਹਿਲਾਂ ਗਏ ਜਾਂ 84 ਤੋਂ ਬਾਅਦ ਗਏ, ਤੇ ਤੁਹਾਡੇ ਉੱਪਰ ਕੋਈ ਪੁਲਿਸ ਦਾ ਤਸ਼ੱਦਦ ਵੀ ਹੋਇਆ? ਜਿਸ ਵੇਲੇ ਜੀ ਜੇਲ੍ਹਾਂ 'ਚ ਗਏ ਆ, ਉਦੋਂ ਪਹਿਲਾਂ ਕੁਦਰਤ ਵਾਲੇ ਨੇ ਐਡੀ ਮਿਹਰ ਰੱਖੀ ਹੈ, ਮੈਂ ਘਰੋਂ ਨਹੀਂ ਫੜਿਆ ਗਿਆ, ਨਾ ਮੈਂ ਕਿਤੇ ਸਟੇਜ ਤੇ ਗਾਉਂਦਾ ਫੜਿਆ ਗਿਆ। 4-5 ਵਾਰ ਸਾਨੂੰ ਘੇਰੇ ਪਏ ਗਾਉਂਦਿਆਂ ਨੂੰ, ਪਰ ਅਸੀਂ ਉੱਥੋਂ ਨਿਕਲ ਜਾਂਦੇ ਸੀ ਭੇਸ਼ ਬਦਲਾ ਕੇ। ਜੇ ਮੈਂ ਜ਼ਿਕਰ ਕਰਾਂ ਤਾਂ ਬੱਸੀਆਂ ਦੀ ਬਹੁਤ ਵੱਡੀ ਸਟੇਜ ਤੋਂ ਭੱਜੇ, ਢਿਲਮਾ ਤੋਂ ਭੱਜੇ, ਇੱਧਰ ਮੱਲੇ ਵਾਲ ਪਿੰਡ ਹੈ, ਉੱਥੋਂ ਅਸੀਂ ਭੱਜ ਕੇ ਆਏ। ਸੇਖੇ ਤੋਂ ਵੀ ਅਸੀਂ ਰੂੜੀਆਂ ਵਿੱਚ ਦੀ ਭੇਸ ਬਦਲ ਕੇ ਨਿਕਲੇ, ਪਰ ਘਰੋਂ ਮੈਂ ਨਹੀਂ ਫੜਿਆ ਗਿਆ। ਫਿਰ ਮੈਨੂੰ ਪੇਸ਼ ਹੋਣਾ ਪੈਂਦਾ ਸੀ ਜਦੋਂ ਪਰਿਵਾਰ ਨੂੰ ਕਹਿੰਦੇ ਸਨ। ਫਿਰ ਮੈਂ ਕਿਸੇ ਨਾ ਕਿਸੇ ਨੂੰ ਬੰਦੇ ਨੂੰ ਲੈ ਕੇ ਸਿਫਾਰਿਸ਼ ਨਾਲ ਜਾਂਦਾ। ਉਸ ਵੇਲੇ ਮੇਰੇ ਤੇ ਕੋਈ ਤਸ਼ੱਦਦ ਨਹੀਂ ਹੋਇਆ। ਪਹਿਲੀ ਵਾਰ ਵੀ ਮੈਨੂੰ ਸਿੱਧਾ ਜੇਲ੍ਹ ਛੱਡਿਆ। ਦੂਜੀ ਵਾਰ ਵੀ ਜਦੋਂ ਮੈਂ ਅਰੈਸਟ ਕੀਤਾ ਬਠਿੰਡੇ, ਬਸ ਆਪਦੇ ਕਾਗਜ਼ ਭਰ ਕੇ, ਦੂਜੀ ਵਾਰ ਵੀ ਮੈਨੂੰ ਬਿਨਾਂ ਤਸ਼ੱਦਦ ਤੋਂ ਬਠਿੰਡੇ ਭੇਜ ਦਿੱਤਾ। ਪਰ ਜਦੋਂ ਆ ਕੇ ਸੰਘਰਸ਼ਸ਼ੀਲ ਖਾੜਕੂ ਸਿੰਘਾਂ ਨੇ ਲੜਨਾ ਸ਼ੁਰੂ ਕਰ ਦਿੱਤਾ, ਉਸ ਵੇਲੇ ਦਾਸ ਦੇ ਇਲਾਕੇ 'ਚ ਸਾਰੇ ਜਾਣਦੇ ਸਨ ਤੇ ਮੈਂ ਝੂਠ ਨਹੀਂ ਬੋਲਦਾ। ਖਾੜਕੂ ਸਿੰਘ ਹਾਈ ਕਮਾਂਡ ਤੱਕ ਦਾਸ ਕੋਲ ਆਉਂਦੇ ਰਹੇ ਆ। ਅਸੀਂ ਕਦੇ ਸੇਵਾ ਤੋਂ ਮੁੱਖ ਨਹੀਂ ਸੀ ਮੋੜਿਆ। ਉਹਨਾਂ ਸਮਿਆਂ ਦੇ ਵਿੱਚ ਜਦੋਂ CID ਹੋਈ, ਉਹਨਾਂ ਸਮਿਆਂ ਦੇ ਵਿੱਚ ਮੈਨੂੰ 3 ਵਾਰ ਅਰੈਸਟ ਕੀਤਾ। ਪਹਿਲੀ ਵਾਰ ਅਰੈਸਟ ਕੀਤਾ, ਮੈਨੂੰ ਹੰਢਾਇਆ CI ਸਟਾਫ ਵਾਲਿਆਂ ਨੇ, ਉਹਨਾਂ ਨੇ ਤਸ਼ੱਦਦ ਕਰਿਆ ਜਿੰਨਾ ਉਹਨਾਂ ਤੋਂ ਹੋਇਆ। ਦੂਜੀ ਵਾਰ ਮੈਨੂੰ ਭਵਾਨੀਗੜ੍ਹ ਵਾਲੇ ਲੈ ਗਏ, ਉਹਨਾਂ ਨੇ ਵੀ ਜਿੰਨਾ ਕੁ ਜ਼ੋਰ ਲੱਗਿਆ ਲਾਇਆ। ਫਿਰ ਮੈਂ ਬਰਨਾਲੇ ਥਾਣੇ ਵਾਲਿਆਂ ਨੇ ਮੈਨੂੰ ਰੱਖਿਆ। ਉਹ ਸਮੇਂ ਦੇ ਵਿੱਚ ਖਾੜਕੂਬਾਦ ਦੇ ਸਮੇਂ ਦੇ ਵਿੱਚ ਦਾਸ ਤੇ 3-4 ਵਾਰ ਤਸ਼ੱਦਦ, ਅਣਮਨੁੱਖੀ ਤਸ਼ੱਦਦ ਹੋਇਆ ਜਿਹੜਾ ਮੈਂ ਦੱਸ ਨਹੀਂ ਸਕਦਾ। ਪਰ ਸਤਿਗੁਰੂ ਦੀ ਕਿਰਪਾ ਐਡੀ ਰਹੀ ਹੈ, ਮਿਹਰ ਰਹੀ ਹੈ। ਨਾ ਮੈਂ ਕਿਸੇ ਦਾ ਨਾਂ ਲੈਤਾ, ਨਾ ਮੈਂ ਕਿਹਾ ਵੀ ਮੈਂ ਕਿਸੇ ਨੂੰ ਚਾਹ ਪ੍ਰਸ਼ਾਦਾ ਛਕਾਇਆ। ਮੈਂ ਕਿਹਾ ਮੈਂ ਤਾਂ ਬੋਲਣ ਵਾਲਾ, ਸਟੇਜਾਂ 'ਤੇ ਜ਼ਰੂਰ ਬੋਲਦਾ, ਹੋਰ ਮੇਰਾ ਕਿਸੇ ਨਾਲ ਲਿੰਕ ਨਹੀਂ। ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਦਾ
ਸੰਨ 88 ਦੇ ਵਿੱਚ ਮੈਨੂੰ ਪ੍ਰੋਫੈਸਰ ਸੁਖਜਿੰਦਰ ਸਿੰਘ ਅੱਜ ਸਵਰਗਵਾਸ ਹੋ ਚੁੱਕੇ ਹੈ, ਉਹਨਾਂ ਨੇ ਬੱਸੀਆਂ ਦੀ ਸਟੇਜ ਤੇ ਜਾ ਕੇ ਦਾਸ ਨੂੰ ਪ੍ਰਚਾਰ 76 ਦਾ ਜ਼ਿਲ੍ਹੇ ਦਾ ਉਹਦਾ ਬਰਨਾਲਾ ਜ਼ਿਲ੍ਹਾ ਨਹੀਂ ਸੀ ਬਣਿਆ, ਸੰਗਰੂਰ ਦਾ ਉਹਦਾ ਉਸ ਸਮੇਂ ਪਾਰਟੀ ਦੀ ਜ਼ਿੰਮੇਵਾਰੀ ਦਾਸ ਨੂੰ ਸੰਭਾਲੀ ਗਈ। ਗਿਆਨੀ ਜੀ, ਜਦ ਅਸੀਂ ਗੱਲ ਕਰਦੇ ਹਾਂ ਆਮ ਤੌਰ ਤੇ ਅਜੋਕਾ ਜਿਹੜਾ ਪ੍ਰਚਾਰ ਹੈ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਮੁੱਖ ਤੌਰ ਤੇ ਅੱਜ ਮਾਇਆ ਦਾ ਖਿਆਲ ਰੱਖਦੇ ਨੇ। ਮਾਇਆ ਦਾ ਖਿਆਲ ਰੱਖਿਆ ਜਾਂਦਾ ਹੈ, ਸੰਗਤ ਪਾਸੋਂ ਮੰਗ ਕੇ ਮਾਇਆ ਲਈ ਜਾਂਦੀ ਹੈ। ਖੈਰ ਇਹਦੇ ਵਿੱਚ ਅਸੀਂ ਪ੍ਰਚਾਰਕਾਂ ਨੂੰ ਕਸੂਰਵਾਰ ਵੀ ਨਹੀਂ ਗਰਦਾਨ ਸਕਦੇ, ਕਹਿ ਨਹੀਂ ਸਕਦੇ ਕਿ ਮਜਬੂਰੀਆਂ ਨੇ ਹਰ ਇੱਕ ਮਨੁੱਖ ਦੀਆਂ। ਪਰ ਫਿਰ ਵੀ ਤੁਹਾਡਾ ਜਿਹੜਾ ਪ੍ਰਚਾਰ ਦਾ ਖੇਤਰ ਹੈ, ਤੁਸੀਂ ਨਿਧੜਕ ਹੋ ਕੇ ਪ੍ਰਚਾਰ ਕਰਦੇ ਰਹੇ, ਤੁਸੀਂ ਤਸ਼ੱਦਦ ਵੀ ਝੱਲਿਆ, ਤੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਤੁਸੀਂ ਜਿਹੜਾ ਤਸ਼ੱਦਦ ਆਪਣੇ ਪਿੰਡੇ ਤੇ ਝੱਲਿਆ, ਕਿਸ ਤਰ੍ਹਾਂ ਦਾ ਤਸ਼ੱਦਦ ਸੀ। ਉਸ ਤਸ਼ੱਦਦ ਨੂੰ ਝੱਲ ਕੇ ਤੁਸੀਂ ਫਿਰ ਵੀ ਚੜ੍ਹਦੀ ਕਲਾ ਨਾਲ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਤੁਸੀਂ ਬਹੁਤ ਕੁਝ ਪਿੰਡੇ ਤੇ ਹੰਢਾਇਆ, ਕੁਝ ਕੁ ਉਹਦੇ ਵਿੱਚ ਸਾਨੂੰ ਜ਼ਰੂਰ ਦੱਸੋ ਕਿ ਕਿਹੋ ਜਿਹਾ ਤਸ਼ੱਦਦ ਉਹਨਾਂ ਦਿਨਾਂ ਵਿੱਚ ਖਾੜਕੂਵਾਦ ਦੌਰਾਨ ਪੁਲਿਸ ਵੱਲੋਂ ਕੀਤਾ ਜਾਂਦਾ ਸੀ, ਜਿਹੜਾ ਤੁਹਾਡੇ ਤੇ ਹੋਇਆ, ਤੁਸੀਂ ਆਪਣੀ ਹੱਡੀ ਹੰਢਾਇਆ। ਦਾਸ ਨੇ ਜੀ ਆਪਣੇ ਹੱਡੀ ਜੋ ਹੰਢਾਇਆ, ਉਸ ਸਮੇਂ ਲੱਤਾਂ ਦੇ ਵਿਚਕਾਰ ਘੋਟਾ ਵੀ ਲਾਇਆ ਜਾਂਦਾ ਸੀ, ਜਿਹਨੂੰ ਘੋਟਾ ਕਿਹਾ ਜਾਂਦਾ, ਅਤੇ ਇੱਕ ਪਟਾ ਵੀ ਹੁੰਦਾ ਸੀ ਜੋ ਇੰਜਣ ਦੇ ਸਮੇਂ ਵਰਤਿਆ ਜਾਂਦਾ ਸੀ। ਉਹ ਪਟੇ ਦੇ ਵਿੱਚ ਡੰਡਾ ਜੜਿਆ, ਪਟੇ ਵੀ ਢੂਹੀ ਤੇ ਜਾਂ ਪਿੱਠ ਤੇ ਪਟੇ ਵੀ ਮਾਰੇ ਜਾਂਦੇ ਸਨ। ਇੱਕ ਬਿਜਲੀ ਦੀ ਕੋਈ ਮਸ਼ੀਨ ਜੀ ਸੀ, ਕਰੰਟ ਵੀ ਕੰਨਾਂ 'ਚ ਲਾ ਕੇ ਚੁੰਡੀਆਂ ਜੀਆਂ, ਉਹ ਟੱਲੀ ਜੀ ਵਾਂਗ ਵੱਜਦੀ ਸੀ, ਉਹ ਵੀ ਦਾਸ ਦੇ CI ਸਟਾਫ ਹੰਢਾਏ ਵਿੱਚ ਲਾਇਆ ਗਿਆ। ਅਤੇ ਉਸ ਤੋਂ ਮਗਰੋਂ ਉਹਨਾਂ ਦਾ ਮੈਨੂੰ ਬਹੁਤਾ ਮੇਰੇ ਮਨ ਨੂੰ ਅਸਰ ਨਹੀਂ ਹੋਇਆ, ਪਰ ਜਿਸ ਵੇਲੇ ਮੇਰੇ ਤੇ ਤਸ਼ੱਦਦ ਬਰਨਾਲੇ ਹੋਇਆ, ਉਹਨਾਂ ਨੇ ਮੇਰੇ ਬੰਨ੍ਹ ਕੇ ਮੈਨੂੰ ਮੇਰੇ ਮੂੰਹ ਤੇ ਜਦੋਂ ਪਾਣੀ ਦੀ ਧਾਰ ਬੰਨ੍ਹ ਕੇ ਪਾਣੀ ਪਾਉਣਾ ਸ਼ੁਰੂ ਕਰਿਆ, ਉਸ ਵੇਲੇ ਮੈਨੂੰ ਲੱਗ ਰਿਹਾ ਸੀ ਵੀ ਮੇਰੀ ਹੁਣ ਜਾਨ ਜਾਊਗੀ। ਸਾਹ ਆਉਂਦਾ ਨਹੀਂ ਸੀ, ਪਰ ਮੈਂ ਫਿਰ ਵੀ ਫੜਿਆ ਫੜਾਇਆ, ਭਾਵੇਂ ਮੇਰੀਆਂ ਲੱਤਾਂ ਫੜੀਆਂ ਪਈਆਂ ਸੀ, ਬਾਹਾਂ ਫੜੀਆਂ ਸੀ ਪੁਲਿਸ ਦੀਆਂ, ਪਰ ਮੈਂ ਫਿਰ ਵੀ ਐਂ ਸਿਰ ਹਿਲਾ ਕੇ ਉਹ ਪਾਣੀ ਤੋਂ ਨੱਕ ਨੂੰ ਮਾੜਾ ਜਿਹਾ ਪਰੇ ਉਰੇ ਆਰਾਮ ਜਿਹਾ ਕਰਦਾ ਰਿਹਾ। ਤਸ਼ੱਦਦ ਜਿੰਨਾ ਹੋਇਆ ਸਰਕਾਰ ਦੇ ਬੰਦਿਆਂ ਨੇ ਉਨਾ ਹੀ ਕਰਿਆ, ਪਰ ਦਾਸ ਇੱਕ ਗੱਲ ਤੇ ਅੜਿਆ ਰਿਹਾ। ਮੈਂ ਇੱਕੋ ਹੀ ਗੱਲ ਸਮਝ ਰਿਹਾ ਸੀ ਬਈ ਇਹ ਸਤਿਗੁਰੂ ਦੀ ਕਿਰਪਾ ਨਾਲ ਹੀ ਜੋ ਕੁਝ ਹੋ ਰਿਹਾ, ਇਹ ਤੇਰੇ ਭਾਗਾਂ ਵਿੱਚ ਹੈ। ਦੂਸਰਾ, ਕਦੇ ਮੇਰੇ ਮਨ ਨੇ ਨਹੀਂ ਸੀ ਮੰਨਿਆ, ਪਰ ਤਸ਼ੱਦਦ ਜਿਹੜਾ ਸਰੀਰਕ ਤਸ਼ੱਦਦ ਆ, ਉਹ ਜਾਚਕ ਜੀ ਦੂਰ ਹੋ ਜਾਂਦਾ ਹੈ, ਉਹਦਾ ਆਰਾਮ ਵੀ ਆ ਜਾਂਦਾ, ਰਾਜੀ ਵੀ ਹੋ ਜਾਂਦੇ ਨੇ। ਪਰ ਜੇ ਮਨ ਨੂੰ ਦੁੱਖ ਲੱਗ ਜੇ, ਉਹ ਬੜਾ ਔਖਾ। ਪਰ ਮੇਰੇ ਮਨ ਨੂੰ ਦੁੱਖ ਨਹੀਂ ਲੱਗਿਆ ਅੱਜ ਤੱਕ ਬਈ ਕੌਮ ਨਾਲ ਕੀ ਹੋ ਰਿਹਾ, ਮੈਨੂੰ ਇਹ ਚੀਜ਼ ਦਾ ਦਰਦ ਹੈ। ਇਸ ਕਰਕੇ ਦਾਸ ਚੜ੍ਹਦੀ ਕਲਾ ਵਿੱਚ ਰਿਹਾ। ਅਤੇ ਜਿਹੜਾ ਸੰਗਤਾਂ ਵੱਲੋਂ ਸਤਿਕਾਰ, ਭਾਵੇਂ ਹੋਰ ਕਿਸੇ ਜਥੇਬੰਦੀ ਨੇ, ਸੰਸਥਾ ਨੇ ਜਾਂ ਕਿਸੇ ਪਾਰਟੀ ਨੇ ਢਾਡੀ ਜਥੇ ਨੂੰ ਬਤੌਰ ਤੌਰ ਤੇ ਕਿਤੇ ਸਨਮਾਨਿਤ ਨਹੀਂ ਦਾਸ ਨੂੰ ਕਰਿਆ, ਨਾ ਮੈਂ ਆਸ ਹੀ ਰੱਖਦਾ, ਕਿਉਂਕਿ ਮੇਰਾ ਜਿਹੜਾ ਨੇਚਰ ਹੈ, ਮੈਂ ਕਿਸੇ ਦਾ ਚਮਚਾ ਬਣ ਕੇ ਨਹੀਂ ਚੱਲ ਸਕਦਾ, ਮੈਂ ਕਿਸੇ ਨੂੰ ਜੀ ਹਜ਼ੂਰੀ ਨਹੀਂ ਕਹਿ ਸਕਦਾ। ਇਸ ਕਰਕੇ ਦਾਸ ਨੂੰ ਨਗਰਾਂ ਦੇ ਵਿੱਚੋਂ ਮੈਨੂੰ ਬਹੁਤ ਵੱਡਾ ਮਾਣ ਮਿਲਿਆ। ਜੇ ਮੈਂ ਮਾਣ ਸਤਿਕਾਰ ਦੀ ਗੱਲ ਕਰਾਂ, ਲੁਧਿਆਣੇ ਜ਼ਿਲ੍ਹੇ ਵਿੱਚ ਬੁੱਢਣਵਾਲ ਦਾਸ ਨੂੰ ਸਨਮਾਨਿਤ ਕਰਿਆ ਗਿਆ। ਡੇਲੋਂ ਦੇ ਨਜ਼ਦੀਕ ਗੁਰਮਾ ਜਥੇਦਾਰ ਬਾਬਾ ਦੀਪ ਸਿੰਘ ਦਾ ਦਿਹਾੜਾ ਮਨਾਉਂਦੇ ਆ, ਉੱਥੇ ਦਾਸ ਦੇ ਢਾਡੀ ਜਥੇ ਨੂੰ ਸਨਮਾਨਿਤ ਕਰਿਆ ਗਿਆ। ਇੱਧਰ ਚਾਉਂਦੇ ਮਨਮੀ ਦਾਸ ਦੇ ਜਥੇ ਨੂੰ ਸਨਮਾਨਿਤ ਕੀਤਾ ਗਿਆ। ਆਪਣੇ ਇਲਾਕੇ ਦੇ ਵਿੱਚ ਠੁੱਲੀਵਾਲ ਦੀ ਸੰਗਤ ਨੇ, ਆਪਣੇ ਨਗਰ ਦੀ ਸੰਗਤ ਨੇ ਮੈਨੂੰ ਬੜਾ ਮਾਣ ਸਨਮਾਨ ਦਿੱਤਾ, ਅਤੇ ਸੰਘੇੜਾ ਨਗਰ ਦੀ ਸੰਗਤ ਨੇ ਸਨਮਾਨਿਤ ਕਰਿਆ, ਚੀਮਾ ਨਗਰ ਦੀ ਨੇ ਸਨਮਾਨਿਤ ਕਰਿਆ, ਅਲੀਕਿਆਂ ਨੇ ਸਨਮਾਨਿਤ ਕਰਿਆ, ਢਿਲਮਾਂ ਵਾਲਿਆਂ ਨੇ ਸਨਮਾਨਿਤ ਕਰਿਆ, ਹੋ ਸਕਦਾ ਹੈ ਕਿਲੇ ਬਟੂਹੇ ਵਾਲਿਆਂ ਬਾਬਾ ਜੀ ਨੇ ਸਨਮਾਨਿਤ ਕਰਿਆ, ਠੀਕਰੀਵਾਲ ਵਾਲੀ ਸੰਗਤ ਨੇ ਸਨਮਾਨਿਤ ਕਰਿਆ, ਆ ਮਿੱਠੇ ਵਾਲਾ ਨਜ਼ਦੀਕ ਉਹਨਾਂ ਨੇ ਦਾਸ ਦੇ ਢਾਡੀ ਜਥੇ ਨੂੰ ਸਨਮਾਨਿਤ ਕਰਿਆ। ਨਗਰਾਂ ਵਿੱਚੋਂ ਮੈਨੂੰ ਬੜਾ ਪਿਆਰ ਸਤਿਕਾਰ ਮਿਲਦਾ ਰਿਹਾ। ਇੱਕ ਗੱਲ ਮੇਰੇ ਜਥੇ ਦੇ ਵਿੱਚ ਇਹ ਖਾਸੀਅਤ ਰਹੀ, ਪਹਿਲੀ ਗੱਲ ਤਾਂ ਸਕੇ ਭਰਾ ਮੇਰੇ ਨਾਲ ਸਾਥ ਦਿੰਦੇ ਰਹੇ। ਦੂਸਰੀ ਖਾਸੀਅਤ ਇਹ ਰਹੀ, ਮੇਰੇ ਮਨ ਦਾ ਜੋ ਬਲਬਲਾ ਸੀ, ਮੈਂ 42 ਸਾਲ ਦੇ ਵਿੱਚ ਇੱਕ ਤਾਂ ਜਿੱਥੇ ਕਿਸੇ ਸ਼ਹੀਦ ਦੀ ਬਰਸ਼ੀ ਹੈ, ਮੈਂ ਸੰਗਤਾਂ ਤੋਂ ਪੈਸਾ ਮੂੰਹ ਨਾਲ ਨਹੀਂ ਮੰਗਿਆ। ਇੱਕ ਜਿੱਥੇ ਅੰਮ੍ਰਿਤ ਸੰਚਾਰ ਦੀ ਗੱਲ ਹੈ, ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਉਣ ਦੀਆਂ ਗੱਲਾਂ ਹੋ ਰਹੀਆਂ, ਉੱਥੇ ਮੈਂ ਕਦੇ ਪ੍ਰਬੰਧਕਾਂ ਤੋਂ ਇੱਕ ਪੈਸਾ ਨਹੀਂ ਮੂੰਹ ਨਾ ਮੰਗਿਆ। ਜਿੱਥੇ ਗੁਰੂ ਸਾਹਿਬ ਦਾ ਨਿਸ਼ਾਨ ਚੜ੍ਹਦਾ, ਉੱਥੇ ਮੈਂ ਕਦੇ ਇੱਕ ਪੈਸਾ ਨਹੀਂ ਮੰਗਿਆ, ਪਰ ਸੰਗਤਾਂ ਨੇ ਮੈਨੂੰ ਘਾਟ ਵੀ ਨਹੀਂ ਰੱਖੀ। ਦੂਸਰੇ ਪਾਸੇ ਮੇਰੇ ਨਾਲ ਦੇ ਸਾਥੀਆਂ ਦੀ ਮਜਬੂਰੀ ਵੀ ਰਹਿੰਦੀ ਸੀ। 10-12 ਹਜ਼ਾਰ ਰੁਪਈਆ ਅਸੀਂ ਨਗਰ ਕੀਰਤਨ ਦਾ ਲੈਂਦੇ ਰਹੇ ਹਾਂ। ਕੋਈ ਤਿਆਗੀ ਵੀ ਨਹੀਂ ਹੈ ਬਈ ਮੈਂ ਕੋਈ ਤਿਆਗੀ ਹਾਂ, ਕਿਉਂਕਿ ਮਜਬੂਰੀਆਂ ਹੁੰਦੀਆਂ ਨੇ, ਖਰਚੇ ਪੱਠੇ ਹੈ। ਦੂਸਰੇ ਪਾਸੇ ਮੇਰੀ ਇਹ ਵੀ ਅਪੀਲ ਹੈ
ਹੁਣ ਵਾਲੇ ਢਾਡੀਆਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਆਪਣਾ ਜੀਵਨ ਉੱਚਾ ਸੁੱਚਾ ਹੋਣਾ ਚਾਹੀਦਾ ਹੈ। ਅੱਜ 42 ਸਾਲ ਦੇ ਵਿੱਚ ਦਾਸ ਨੂੰ ਕਿਤੋਂ ਲਾਂਭਾ ਨਹੀਂ ਮਿਲਿਆ। ਕਿਸੇ ਮੇਰੇ ਸਾਥੀ ਨੂੰ ਕਿਸੇ ਨੂੰ ਐ ਨਹੀਂ ਕਿਹਾ ਵੀ ਤੁਹਾਡਾ ਜਥੇਦਾਰ ਫਲਾਣੇ ਤੋਂ ਠੇਕੇ ਤੇ ਖੜਾ ਸੀ, ਕਿਉਂਕਿ ਮੇਰਾ ਜਿਹੜਾ ਜਨਮ ਸੀ, ਮੈਂ ਜਨਮ ਤੋਂ ਹੀ ਸਮਝੋ ਵੈਸ਼ਨੂੰ ਹੈ। ਕੂਕਾ ਨਾਮਧਾਰੀ ਪਰਿਵਾਰ ਦੇ ਵਿੱਚ ਸੰਬੰਧ ਸੀ। ਦੂਸਰਾ ਮੇਰੇ ਨਾਨਾ ਜੀ ਬੜੇ ਵਿਦਵਾਨ ਸਨ। ਹਾਂਜੀ ਗਿਆਨੀ ਜੀ, ਤੁਸੀਂ ਬਹੁਤ ਤਸ਼ੱਦਦ ਪਿੰਡੇ ਤੇ ਝੱਲਿਆ, ਸਿਦਕ ਵਿੱਚ ਡਟ ਕੇ ਚੜ੍ਹਦੀ ਕਲਾ ਦੇ ਨਾਲ ਕੌਮ ਦੀ ਸੇਵਾ ਕੀਤੀ, ਤੇ ਤੁਸੀਂ ਗੱਲ ਆਖੀ ਹੈ ਕਿ ਮੈਂ ਕਦੇ ਪਰਵਾਹ ਨਹੀਂ ਕੀਤੀ ਜੇ ਸਰੀਰ ਦੀਆਂ ਸੱਟਾਂ ਠੀਕ ਹੋ ਜਾਂਦੀਆਂ ਨੇ, ਪਰ ਮਨ ਤੇ ਸੱਟ ਨਹੀਂ ਲੱਗਣ ਦਿੱਤੀ। ਤੇ ਇਸ ਪੱਖੋਂ ਤੁਹਾਡੀ ਦਾਤ ਦੇਣੀ ਬਣਦੀ ਹੈ। ਸੰਗਤ ਨੇ ਤੁਹਾਨੂੰ ਪਿਆਰ ਦਿੱਤਾ, ਪਰ ਕੀ ਕਿਸੇ ਕੌਮ ਦੀ ਸਰਮੌਰ ਜਥੇਬੰਦੀ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਕਿਸੇ ਹੋਰ ਵੱਡੀ ਸੰਸਥਾ ਵੱਲੋਂ ਜਾਂ ਕਿਸੇ ਮਹਾਪੁਰਸ਼ ਵੱਲੋਂ ਤੁਹਾਡਾ ਸਨਮਾਨ ਕੀਤਾ ਗਿਆ ਜਾਂ ਨਹੀਂ? ਹੋਰ ਜੀ, ਕਿਸੇ ਸੰਸਥਾ ਨੇ, ਕਿਸੇ ਧਾਰਮਿਕ ਜਥੇਬੰਦੀ ਨੇ, ਕਿਸੇ ਸ਼੍ਰੋਮਣੀ ਕਮੇਟੀ ਨੇ ਦਾਸ ਨੂੰ ਸਨਮਾਨਿਤ ਨਹੀਂ ਕਰਿਆ। ਕਾਰਨ ਇਹਦਾ ਇੱਕੋ ਹੀ ਸੀ, ਮੈਂ ਬਖਸ਼ਦਾ ਉਹਨਾਂ ਨੂੰ ਨਹੀਂ ਸੀ। ਸਟੇਜ ਤੋਂ ਮੈਂ ਨਹੀਂ ਸੀ ਕਦੇ ਬਖਸ਼ਿਆ, ਚਾਹੇ ਕੋਈ ਵੱਡਾ ਲੀਡਰ ਆ। ਜਦੋਂ ਮੈਨੂੰ ਦੀਂਦਾ ਵੀ ਇਹ ਇਸ ਤਰ੍ਹਾਂ, ਮੈਂ ਸਟੇਜ ਤੋਂ ਹੀ ਕਹਿ ਦਿੰਦਾ ਸੀ ਸਿੱਧਾ ਨਧੜਕ ਵੀ ਇਹ ਤੁਹਾਡੀ ਨਲਾਇਕੀ ਹੈ। ਵੀ ਜੇ ਸੰਸਥਾ ਮੁਤਾਬਕ ਦੇਖੀਏ ਤਾਂ ਸੰਤ ਬਾਬਾ ਸਵਰਗਵਾਸ ਹੋ ਚੁੱਕੇ ਨੇ ਅਮਰਜੀਤ ਸਿੰਘ ਜੀ ਕਿਲਾ ਪਟੂਹਾ, ਉਹਨਾਂ ਨੇ ਚਾਹੇ ਉਹਨਾਂ ਨੇ ਸੰਤ ਤੌਰ ਤੇ ਚਾਹੇ ਢਾਡੀ ਤੌਰ ਤੇ ਦਾਸ ਨਾਲ ਪਿਆਰ ਸੀ। ਮਾਨ ਦਲ ਦੇ ਜਨਰਲ ਸਕੱਤਰ ਹੋਣ ਕਰਕੇ ਉਹਨਾਂ ਨੇ ਵੀ ਮੈਨੂੰ ਸਤਿਕਾਰ ਦਿੱਤਾ, ਪਰ ਹੋਰ ਮੈਨੂੰ ਕਿਸੇ ਜਥੇਬੰਦੀ ਨੇ ਸਤਿਕਾਰ ਦਿੱਤਾ ਨਹੀਂ, ਨਾ ਮੈਂ ਇਹਨਾਂ ਜਥੇਬੰਦੀਆਂ ਤੋਂ ਸਤਿਕਾਰ ਦੀ ਆਸ ਰੱਖੀ ਹੈ। ਕਿਉਂ? ਹਾਂਜੀ ਗਿਆਨੀ ਜੀ, ਇੱਕ ਹੋਰ ਵੱਡੀ ਗੱਲ ਹੈ, ਆਮ ਤੌਰ ਤੇ ਜਥੇ ਵਿਦੇਸ਼ ਜਾਂਦੇ ਨੇ, ਬਾਹਰਲੇ ਦੇਸ਼ਾਂ ਵਿੱਚ। ਕੀ ਤੁਹਾਨੂੰ ਕਿਸੇ ਬਾਹਰਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੁਲਾਇਆ? ਤੁਸੀਂ ਅੱਜ ਤੱਕ ਕਿਸੇ ਦੇਸ਼ ਵਿੱਚ ਬਾਹਰ ਗਏ ਹੋ ਜਾਂ ਨਹੀਂ? ਮੈਂ ਜੀ ਮਨ ਹੀ ਨਹੀਂ ਬਣਾਇਆ ਬਾਹਰ ਜਾਣ ਦਾ। ਪਹਿਲੀ ਗੱਲ, ਜੇ ਮੈਂ ਜਾਣਾ ਹੁੰਦਾ ਤੇ ਮਾਨ ਸਾਹਿਬ ਦੇ ਨਾਲ ਵੀ ਮੈਂ ਜਾ ਸਕਦਾ ਸੀਗਾ, ਕਿਉਂਕਿ ਮੇਰੀ ਬਹੁਤ ਨੇੜਤਾ, ਮੈਨੂੰ ਕਿਸੇ ਦੀ ਸਿਫਾਰਿਸ਼ ਨਹੀਂ, ਲੋੜ ਨਹੀਂ। ਮੈਂ ਸਿੱਧਾ ਮਾਨ ਸਾਹਿਬ ਦੇ ਘਰ ਵਾਲੀ ਨੂੰ, ਅਮਾਨ ਸਿੰਘ ਮਾਨ ਨੂੰ, ਉਹਨਾਂ ਦੇ ਪੁੱਤਰ ਨੂੰ, ਮਾਨ ਸਾਹਿਬ ਨੂੰ ਜਿਵੇਂ ਮਰਜ਼ੀ ਤਲਾਣੀਆਂ ਜਾ ਕੇ ਮੈਂ ਮਿਲਾਂ, ਮੇਰੇ ਲਈ ਬੂਹੇ ਖੁੱਲ੍ਹੇ ਹੈ, ਕਿਉਂਕਿ ਉਹ ਮੇਰੇ ਪ੍ਰਚਾਰ ਤੋਂ ਪ੍ਰਭਾਵਿਤ ਨੇ। ਜਿੰਨੀਆਂ ਚੋਣਾਂ ਲੜੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ, ਦਾਸ ਆਪਣਾ ਜੱਥਾ ਲੈ ਕੇ ਬਰਾਬਰ ਖੜਦਾ ਰਿਹਾ, ਚਾਹੇ ਮਹੀਨਾ ਲੱਗਿਆ, ਚਾਹੇ ਡੇਢ ਮਹੀਨਾ ਲੱਗਿਆ, ਚਾਹੇ ਉਹਨਾਂ ਦੇ ਨਾਲ ਹੀ ਰਾਤਾਂ ਕੱਟਣੀਆਂ ਪਈਆਂ। ਮੈਂ ਪਾਰਟੀ ਤੋਂ ਕਦੇ ਮੁੱਖ ਨਹੀਂ ਮੋੜਿਆ। ਅੱਜ ਵੀ ਮੇਰਾ ਪਾਰਟੀ ਬਹੁਤ ਵੱਡਾ ਸਤਿਕਾਰ ਕਰਦੀ ਹੈ। ਜਦੋਂ ਮੈਂ ਜਾ ਵੜਦਾ, ਚਾਹੇ ਕੋਈ ਆਪਣੇ ਆਪ ਨੂੰ ਹੁਣ ਪ੍ਰਧਾਨ ਵੀ ਬਣੇ ਹੋਏ ਨੇ, ਜ਼ਿਲ੍ਹਿਆਂ 'ਚ ਵੀ ਨੇ, ਤਾਹਾਂ ਵੀ ਨੇ, ਮੈਂ ਕਦੇ ਕਿਸੇ ਨਾ ਅਹੁਦੇ ਦੀ ਮੰਗ ਕੀਤੀ ਹੈ, ਪਰ ਮੈਂ ਇਹ ਵੀ ਸੋਚਦਾ ਮਨ ਅੰਦਰ ਵੀ ਜਦੋਂ ਮੈਨੂੰ ਸਰਦਾਰ ਮਾਨ ਜੀ ਗੱਲ ਲਾਉਂਦੇ ਨੇ, ਮੈਨੂੰ ਕੀ ਲੋੜ ਹੈ ਅਹੁਦਿਆਂ ਦੀ। ਦੂਸਰੀ ਗੱਲ ਗਿਆਨੀ ਜੀ, ਜੇ ਮੰਨ ਲਓ ਤੁਹਾਡੀ ਇੰਟਰਵਿਊ ਦੇਸ਼ ਵਿਦੇਸ਼ ਵਿੱਚ ਵੀ ਜਾਣੀ ਹੈ, ਜੇ ਕੋਈ ਪ੍ਰਬੰਧਕ ਤੁਹਾਡੀ ਪੰਥਕ ਸੇਵਾ ਤੋਂ ਪ੍ਰਭਾਵਿਤ ਹੋ ਕੇ ਤੁਹਾਨੂੰ ਇਹ ਸੱਦਾ ਦਿੰਦਾ ਕਿ ਸਾਡੇ ਕੋਲ ਬਾਹਰ ਆਓ, ਤੁਸੀਂ ਬਾਹਰਲੇ ਦੇਸ਼ ਵਿੱਚ ਕੀ ਜਾਣਾ ਪਸੰਦ ਕਰੋਗੇ ਸੱਦੇ 'ਤੇ? ਵੇਖੋ ਜੀ, ਜੇ ਕੋਈ ਪਿਆਰ ਨਾਲ ਸਾਦਾ ਤਾਂ ਮੈਨੂੰ ਮਜਬੂਰ ਹੋ ਕੇ ਜਾਣਾ ਵੀ ਪਊਗਾ, ਪਰ ਮੈਂ ਇੱਕ ਇਸ ਸੰਬੰਧ ਦੇ ਵਿੱਚ ਇੱਕ ਚੀਜ਼ ਵੀ ਲਿਖੀ ਸੀ। ਮੈਂ ਆਖਿਆ ਵੀ ਜਿਹੜਾ ਕੈਨੇਡਾ ਅਮਰੀਕਾ ਨੂੰ ਜਾਂਦੀ ਆ ਸੰਗਤ ਨਾ, ਮੈਂ ਚਾਹੁੰਦਾ ਵੀ ਮੇਰਾ ਦੇਸ਼ ਭਾਰਤੀ ਕੈਨੇਡਾ ਬਣ ਜੇ। ਮੈਂ ਉਹ ਲਿਖੀ ਸੀ, ਆਪਣੀਆਂ ਛਤਰਾਂ ਲਿਖੀਆਂ ਸੀਆਂ। ਮੇਰਾ ਖਿਆਲ ਹੈ ਸ਼ਾਇਦ ਹੈਪੀ ਹੋਰਾਂ ਕੋਲ ਹੋਣ ਜਾਂ ਨਾ ਹੋਣ, ਮੇਰੇ ਵੀ ਨਹੀਂ ਚੇਤੇ 'ਚ। ਮੈਂ ਉਹ ਲਿਖੀ ਸੀ ਕਵਿਤਾ ਵੀ ਰਿਸ਼ਵਤਖੋਰੀ ਮੰਗਤਾ ਮੁੱਕ ਜੇ, ਭਾਰਤ ਬਣੇ ਕੈਨੇਡਾ। ਇਹ ਚੀਜ਼ ਨੂੰ ਰੱਖ ਕੇ ਵੀ ਮੈਂ ਤਾਂ ਆਪਣੇ ਪੰਜਾਬ ਨੂੰ, ਆਪਣੇ ਭਾਰਤ ਨੂੰ ਕੈਨੇਡਾ ਬਣਾਉਣਾ ਨਹੀਂ ਚਾਹੁੰਦਾ, ਕੈਨੇਡਾ ਦੇ ਮੁਕਾਬਲੇ ਦੇਖਣਾ ਚਾਹੁੰਦਾ। ਜੇ ਕੋਈ ਪਿਆਰ ਨਾਲ ਸੱਦਣਾ ਚਾਹੂ ਤੇ ਦਾਸ ਦੀ ਮਜਬੂਰੀ ਇੱਕੋ ਹੀ ਹੈ, ਮੈਂ ਜਾ ਵੀ ਸਕਦਾ, ਪਰ ਹੁਣ ਸਰੀਰਕ ਤੌਰ ਤੇ ਮੈਂ ਬਾਹਰ ਨੂੰ ਜਾਣ ਦੇ ਆਪਣੇ ਆਪ ਨੂੰ ਐ ਸਮਝ ਰਿਹਾ ਬਈ ਉੱਥੇ ਕੋਈ ਨਾ ਕੋਈ ਤਕਲੀਫ ਆਊਗੀ ਸਰੀਰ ਨੂੰ। ਹੁਣ ਮੈਂ ਬਹੁਤਾ ਬਾਹਰ ਅੰਦਰ ਵੀ ਨਹੀਂ ਜਾਂਦਾ, ਜਿੱਥੇ ਕੋਈ ਹੁਣ ਸਾਦੇ ਆ ਪਿਆਰ ਨਾਲ ਉੱਥੇ ਜਾਣਾ ਪੈਂਦਾ। ਹੁਣ ਅਸੀਂ ਹੀਰੋ ਖੁਰਦ ਗਏ ਜੀ 8-9 ਸਾਲਾਂ ਮਗਰੋਂ, ਉਹਨਾਂ ਨੇ ਸਾਨੂੰ ਹੱਥਾਂ 'ਤੇ ਚੱਕਿਆ ਜਿਵੇਂ ਕੋਈ ਇੱਥੇ ਆ ਗਿਆ ਹੁੰਦਾ। 8-9 ਸਾਲਾਂ ਤੋਂ ਬਾਅਦ ਜਦੋਂ ਬਾਗੀ ਜੀ ਨੇ ਜਾ ਕੇ ਕਾਰਡ ਦਿੱਤਾ ਢਾਡੀ ਜਥੇ ਦਾ, ਸੈਕਟਰੀ ਨੇ ਪਹਿਲਾਂ ਇਹੀ ਗੱਲ ਪੁੱਛੀ, ਕਹਿੰਦਾ ਉਹ ਆਪ ਨਾਲ ਆ। ਅਤੇ ਮੈਂ ਫਿਰ ਮਿਲਿਆ ਜਦੋਂ, ਮੈਂ ਕਿਹਾ ਜੀ ਤੁਹਾਡਾ ਪੁੱਛਣ ਦਾ ਕਾਰਨ? ਕਹਿੰਦਾ ਜੀ ਇੱਥੇ ਢਾਡੀ ਆਉਂਦੇ ਆ, ਉਹ ਨਾਂ ਤੁਹਾਡਾ ਬੋਲਦੇ ਹੁੰਦੇ ਆ ਕਵਿਤਾ 'ਚ। ਅਸੀਂ ਤਾਂ ਆਖਿਆ ਵੀ ਇਹ ਵੀ ਆਈ ਆਏ ਹੋਣਗੇ। ਮੈਂ ਕਿਹਾ ਨਹੀਂ, ਮੈਂ ਨਾਲ ਆ। ਆਪਣਾ ਗਿਆਨੀ ਜੀ, ਆਖਰੀ ਸਵਾਲ ਹੈ ਕਿ ਤੁਸੀਂ ਆਪਣੀ ਕਲਮ ਨਾਲ ਬਹੁਤ ਕੁਝ ਲਿਖਿਆ, ਕਿੰਨੇ ਕੁ ਇਤਿਹਾਸਕ ਪ੍ਰਸੰਗ, ਕਿੰਨੀਆਂ ਕਵਿਤਾ ਹੁਣ ਤੱਕ ਤੁਸੀਂ ਲਿਖੀਆਂ ਨੇ? ਜੇ ਕਵਿਤਾ ਦਾ ਹਿਸਾਬ ਲਾਈਏ ਜੀ ਫਿਰ ਤਾਂ ਤਕਰੀਬਨ 1000-1200 ਦੇ ਕਰੀਬ ਹੋਊ। ਜੇ ਇਤਿਹਾਸਾਂ ਦੇ ਹਿਸਾਬ ਨਾਲ ਲਾਈਏ ਤਾਂ
ਮੇਰਾ ਖਿਆਲ ਆ ਵੀ ਮੈਂ ਕਿਤੇ ਗਿਣਤੀ ਜੀ ਤਾਂ ਕਰੀ ਨਹੀਂ, 50-52 ਇਤਿਹਾਸ ਦਾਸ ਦੀ ਕਲਮ ਤੋਂ ਉਕਰੇ ਹੈ, ਜਿਹਦੇ ਵਿੱਚੋਂ 6-7 ਇਤਿਹਾਸ ਉਹ ਨੇ ਜਿਨ੍ਹਾਂ ਤੇ ਸਮੇਂ ਦੀ ਸਰਕਾਰ ਪਾਬੰਦੀ ਲਾਉਂਦੀ ਰਹੀ, ਪਰ ਦਾਸ ਬੋਲਦਾ ਰਿਹਾ। ਜਿਵੇਂ 1984 ਦਾ ਸਾਕਾ, ਬੀਬੀ ਸੁਰਿੰਦਰ ਕੌਰ ਦੀ ਫੋਟੋ ਨਾਲ ਸ਼ਾਦੀ ਅਤੇ ਜਨਰਲ ਵੈਦਿਆ ਨੂੰ ਰੋੜਨ ਵਾਲੇ ਸੁੱਖੇ ਜਿੰਦੇ ਦਾ ਵਰਣਨ, ਬੇਅੰਤ ਮੁੱਖ ਮੰਤਰੀ ਨੂੰ ਰੋੜਨ ਵਾਲੇ ਦਿਲਾਵਰ ਦਾ ਜ਼ਿਕਰ ਤੇ ਜਗਤਾਰ ਸਿੰਘ ਹਵਾਰੇ ਵਰਗਿਆਂ ਦਾ ਜ਼ਿਕਰ ਉਹਨਾਂ ਦੇ ਵਿੱਚ ਕਲਮਬੰਦ ਕੀਤਾ। ਅਤੇ ਬਾਈ ਨਛੱਤਰ ਸਿੰਘ ਰੋਡੇ ਨਾਲ ਮੇਰੀ ਜੇਲ੍ਹ ਦੇ ਵਿੱਚ ਮੁਲਾਕਾਤ ਹੋਈ, ਉਦੋਂ ਮੈਂ ਲਾਲਾ ਜਗਤ ਨਾਰਾਇਣ ਨੂੰ ਗੱਡੀ ਚੜ੍ਹਾਉਣ ਵਾਲਾ ਇਤਿਹਾਸ ਵੀ ਲਿਖਿਆ ਉਹਦੇ ਕੋਲੋਂ। ਉਹ ਬਾਈ ਨਛੱਤਰ ਸਿੰਘ ਰੋਡੇ ਉਹ ਸਨ ਜਿਨ੍ਹਾਂ ਨੇ ਲਾਲਾ ਜਗਤ ਨਾਰਾਇਣ ਨੂੰ ਦਲਵੀਰ ਤੇ ਸਵਰਨ ਦੇ ਨਾਲ ਤਿੰਨਾਂ ਜਾਣਿਆਂ ਨੇ ਗੱਡੀ ਚੜ੍ਹਾਇਆ ਸੀ, ਉਹਨਾਂ ਤੋਂ ਉਹ ਵੀ ਮੈਂ ਇਤਿਹਾਸ ਲਿਖੇ। ਹੋਰ ਵੀ ਇਤਿਹਾਸ ਬਰਨਾਲੇ ਦੇ ਖਿਲਾਫ ਵੀ ਬੜਾ ਕੁਝ ਲਿਖਿਆ, ਬਨੇਰਾਂ ਵਾਲੇ ਦੇ ਖਿਲਾਫ ਬੜਾ ਕੁਝ ਲਿਖਿਆ, ਸ਼ਰਸੇ ਵਾਲੇ ਦੇ ਖਿਲਾਫ ਬਹੁਤ ਕੁਝ ਲਿਖਿਆ ਵਾ। ਅੱਜ ਵੀ ਕਲਮ ਚੱਲਦੀ ਹੈ, ਪਰ ਇੱਕ ਗੱਲ ਦੀ ਜ਼ਰੂਰ ਆ ਵੀ ਜਿੱਥੇ ਸੰਗਤ ਪਾਬੰਦੀ ਲਾ ਦਿੰਦੀ ਹੈ ਉੱਥੇ ਦਾਸ ਨਹੀਂ ਬੋਲਦਾ। ਜਿੱਥੇ ਸੰਗਤ ਵੱਲੋਂ ਖੁੱਲ੍ਹ ਹੁੰਦੀ ਹੈ ਉੱਥੇ ਮੈਂ ਅੱਜ ਵੀ ਪ੍ਰਚਾਰ ਉਹੀ ਕਰਦਾ, ਉਹੀ ਬੋਲਦਾ ਖਾੜਕੂਈ। ਜਿੱਥੇ ਪਾਬੰਦੀ ਸੰਗਤ ਕਈ ਵਾਰੀ ਜਾਣਦੀ ਆ ਸਾਰੀ, ਉਹ ਮੰਗ ਹੀ ਕਰ ਦਿੰਦੇ ਆ, ਜੇ 1-2 ਵਾਰੀ ਲਾਏ ਪੜਾ ਗੁਰੂ ਦੇ ਸਾਹਿਬ ਦੇ ਜੀਵਨ 'ਚੋਂ, ਉਦੋਂ ਬਾਅਦ ਆਪ ਹੀ ਸੰਗਤਾਂ ਲੱਗ ਜਾਂਦੀਆਂ ਮੰਗ ਕਰਨ, ਕਹਿੰਦੇ ਜਥੇਦਾਰ ਜੀ ਲਾ ਦਿਓ ਫਿਰ ਕੋਈ ਗਰਮ ਜਾ। ਉੱਥੇ ਫਿਰ ਮੈਂ ਅੱਜ ਵੀ ਬੋਲਦਾ ਜੀ। ਗਿਆਨੀ ਜੀ, ਤੁਸੀਂ ਆਪਣੇ ਇਸ ਨਗਰ ਠੁੱਲੀਵਾਲ ਵਿੱਚ ਰਹਿ ਰਹੇ ਹੋ, ਤੇ ਤੁਹਾਡੇ ਪਰਿਵਾਰ ਬਾਰੇ ਵੀ ਸਾਨੂੰ ਦੱਸੋ। ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਹੈ? ਸਾਡੇ ਪਰਿਵਾਰ ਦੇ ਜੀ ਮੇਰੇ ਮਾਤਾ ਪਿਤਾ ਜੀ ਤਾਂ ਡੈਥ ਹੋ ਚੁੱਕੀ ਹੈ। ਅਸੀਂ 4 ਭਰਾ 2 ਭੈਣਾਂ ਨੇ, ਉਹ 3 ਭਰਾ ਤੇ 2 ਭੈਣਾਂ ਸ਼ਾਦੀशुदा ਨੇ। ਦਾਸ ਨੇ ਵਿਆਹ ਨਹੀਂ ਕਰਾਇਆ, ਜਾਂ ਕਰਾਇਆ ਸਮਝ ਲਓ ਜਾਂ ਨਾ ਹੋਇਆ ਸਮਝ ਲਓ। ਇਹ ਹੁਣ ਤੁਸੀਂ ਅਨੁਮਾਨ ਲਾ ਲਿਓ ਵੀ ਜਦੋਂ ਕੋਈ ਮਾੜਾ ਮੋਟਾ ਰਿਸ਼ਤੇ ਦੇ ਉੱਠਣ ਦੀ ਗੱਲ ਚੱਲਦੀ ਸੀ, ਪਹਿਲਾਂ ਨਕਸਲਵਾੜੀ ਵਾਲਿਆਂ ਵਿੱਚ ਫੜਕ ਲੈਂਦੇ ਸੀ, ਉਸ ਤੋਂ ਬਾਅਦ ਖਾੜਕੂਆਂ ਵਿੱਚ ਫੜਨਾ ਸ਼ੁਰੂ ਕਰ ਦਿੱਤਾ। ਅਗਲੇ ਸੋਚਦੇ ਸਨ ਵੀ ਕੁੜੀ ਮਗਰੋਂ ਕੀ ਖਾਊ, ਇਹਦਾ ਕੀ ਪਤਾ, ਇਹਨੇ ਤਾਂ ਜੇਲ੍ਹ 'ਚ ਹੀ ਟਾਈਮ ਗੁਜ਼ਾਰਨਾ। ਇਸ ਕਰਕੇ ਬਾਕੀ ਤਿੰਨੇ ਭਰਾ ਆਪੋ ਆਪਣੇ ਕੰਮਾਂ ਤੇ ਸੈੱਟ ਨੇ। 2 ਭਰਾ ਫੌਜ ਦੇ ਵਿੱਚੋਂ ਪੈਨਸ਼ਨ ਲੈ ਕੇ ਆਏ ਹੋਏ ਨੇ, ਇੱਕ ਸਕੂਲ ਦੀ ਬੱਸ ਚਲਾ ਰਿਹਾ ਹੈ। ਵਧੀਆ ਪਰਿਵਾਰ ਆਪੋ ਆਪਣੇ ਪਾਲ ਰਿਹਾ। ਤੇ ਦਾਸ ਦਾ ਵੀ ਵਧੀਆ ਸੋਹਣਾ ਪ੍ਰੋਗਰਾਮ ਆ। ਜਦੋਂ ਮਾਤਾ ਜੀ ਦੀ ਡੈਥ ਹੋ ਗਈ, ਮੈਂ ਵੀ ਇੱਕ ਭਰਾ ਦੇ 2 ਬੱਚੇ ਸਨ, ਦੋਹਾਂ ਦੇ ਇੱਕ ਸੀ। ਜਿਹੜੇ ਦੇ 2 ਬੱਚੇ ਸਨ ਮੈਂ ਉਹਨਾਂ 'ਚੋਂ ਇੱਕ ਬੱਚਾ ਲੈ ਲਿਆ। ਨੂੰਹ ਨਾਲ 2 ਬੱਚੇ ਨਾਲ ਨੇ, ਪੋਤਾ ਤੇ ਪੋਤੀ, ਇੱਕ ਨੂੰਹ ਐ ਸਮਝੋ, ਇੱਕ ਭਤੀਜਾ। ਉਹ ਦਾਸ ਨਾਲ ਮੈਂ ਉਹਨਾਂ ਨੂੰ ਆਪਦੇ ਵਾਲਾ ਘਰ ਸੰਭਾਤਾ। ਬਾਕੀ ਨਾਲ ਮੈਂ ਆਪਦੇ ਮਨ ਨਾਲ ਫੈਸਲਾ ਕਰਕੇ ਉਹਨਾਂ ਨੂੰ ਕਹਿ ਦਿੱਤਾ ਸੀ ਵੀ ਜਿਹੜਾ ਘਰ ਆ ਮੇਰਾ 15-14 ਲੱਖ ਦਾ ਘਰ ਬਣਿਆ ਵਾ, ਤੁਸੀਂ ਅੱਜ ਦੇਖ ਕੇ ਆਏ ਹੋ ਬਈ ਇਹ ਤਾਂ ਤੁਹਾਡਾ ਇਕੱਲਿਆਂ ਦਾ। ਜਿਹੜੀ ਮੇਰੀ 2 ਕਿੱਲੇ ਜ਼ਮੀਨ ਆ ਉਹ ਮੈਂ 4 ਭਤੀਜੇ ਹੋ ਤੁਸੀਂ 4ਾਂ ਨੂੰ ਦਿਓ। ਇਹ ਮੇਰਾ ਫੈਸਲਾ ਆਪਦੇ ਮਨ ਦਾ ਕਰਿਆ ਵਾ ਵੀ ਉਹ 4ਾਂ ਦੀ ਆ। ਅਜੇ ਮੈਂ 9 ਜ਼ਮੀਨ ਤਾਂ ਕਰਾਈ ਨਹੀਂ ਘਰ, ਮੈਂ ਕਿਹਾ ਜਦੋਂ ਮੈਂ ਇਕੱਲੇ ਨੂੰ ਦੇਣਾ, ਉਹ ਮੈਂ ਉਹਦੇ 9 ਵੀ ਕਰਾ ਦਿੱਤਾ ਜੀ। ਇਹ ਸਨ ਕੌਮੀ ਦਰਦ ਰੱਖਣ ਵਾਲੇ, ਪੰਥ ਦੀ ਖਾਤਰ ਨਿਧੜਕ ਹੋ ਕੇ ਸਿੱਖ ਸਟੇਜਾਂ ਤੇ ਢਾਡੀ ਵਾਰਾਂ ਦੁਆਰਾ ਪ੍ਰਚਾਰ ਕਰਨ ਵਾਲੇ ਕੌਮ ਦੇ ਮਹਾਨ ਜਰਨੈਲ ਗਿਆਨੀ ਸਾਧੂ ਸਿੰਘ ਜੀ ਠੁੱਲੀਵਾਲ, ਜਿਨ੍ਹਾਂ ਬਾਰੇ ਤੁਸੀਂ ਬੜੇ ਵਿਸਥਾਰ ਨਾਲ ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੇ ਪਾਏ ਹੋਏ ਸੰਘਰਸ਼ ਵਿੱਚ ਪਾਏ ਹੋਏ ਯੋਗਦਾਨ ਬਾਰੇ ਸਰਵਣ ਕੀਤਾ। ਸੋ ਆਸ ਹੈ ਤੁਸੀਂ ਇਸ ਮਹਾਨ ਸ਼ਖਸੀਅਤ ਤੋਂ, ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਕੌਮੀ ਸੇਵਾ ਵਿੱਚ ਯੋਗਦਾਨ ਪਾਓਗੇ। ਬਹੁਤ ਬਹੁਤ ਧੰਨਵਾਦ ਗਿਆਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।